नॉवल कीदा कीदा इतबार, लेखक मनोहर शुक्ला। सवेरे 5:30 ਵਜੇ ਰਾਗਨੀ ਨੇ ਬਿਸਤਰ ਛੱਡਿਆ ਤਾਂ ਵੇਖਿਆ ਕਿ ਹਜੇ ਤੱਕ ਘਰ ਦੇ ਮੈਂਬਰ ਸੌ ਰਹੇ ਸਨ। ਰਾਗਨੀ ਨੂੰ ਤਾਂ ਰਾਤ ਭਰ ਇਸ ਖੁਸ਼ੀ ਵਿੱਚ ਚੰਗੀ ਤਰ੍ਹਾਂ ਨੀਂਦ ਨਹੀਂ ਸੀ ਆਈ ਕਿ ਅੱਜ ਉਸਦਾ ਪਰਮਜੀਤ ਪਹੁੰਚ ਰਿਹਾ ਹੈ। ਪਹਿਲਾਂ ਤਾਂ ਉਸਨੇ ਸੋਚਿਆ ਕਿ ਸਾਰਿਆਂ ਨੂੰ ਜਗਾ ਦੇਵੇ, ਫਿਰ ਪਤਾ ਨਹੀਂ ਕਿਉਂ ਉਸਦੇ ਮਨ ਵਿੱਚ ਕੀ ਆਇਆ ਕਿ ਕਿਸੇ ਨੂੰ ਜਗਾਉਣ ਦੀ ਥਾਂ ਉਹ ਵਾਸ਼ਰੂਮ ਵੱਲ ਚੱਲ ਪਈ। ਥੋੜ੍ਹੀ ਦੇਰ ਬਾਅਦ ਹੀ ਨਹਾ ਧੋ ਕੇ ਉਹ ਭਗਵਾਨ ਦੀ ਮੂਰਤੀ ਸਾਹਮਣੇ ਬੈਠੀ ਪੂਜਾ ਕਰ ਰਹੀ ਸੀ। ਇੰਨੇ ਵਿੱਚ ਹੀ ਕੋਮਲ, ਮਾਂ ਤੇ ਪਿਤਾ ਜੀ ਵੀ ਜਾਗ ਪਏ। ਉਹਨਾਂ ਨੇ ਰਾਗਨੀ ਨੂੰ ਨਹਾ ਧੋ ਕੇ ਪੂਜਾ ਕਰਦਿਆਂ ਵੇਖਿਆ ਤਾਂ ਕੋਈ ਖਾਸ ਹੈਰਾਨੀ ਨਾ ਹੋਈ। ਉਹ ਸਾਰੇ ਜਾਣਦੇ ਸਨ ਕਿ ਅੱਜ ਉਸ ਵਿੱਚ ਐਨੀ ਚੁਸਤੀ ਫੁਰਤੀ ਕਿੱਥੋਂ ਆ ਗਈ ਸੀ। ਗਜ਼ਬ ਦਾ ਜੋਸ਼ ਕਿੱਥੋਂ ਪੈਦਾ ਹੋ ਗਿਆ ਸੀ ਉਸ ਵਿੱਚ। ਫਿਰ ਘਰ ਵਿੱਚ ਹੋਰ ਸਾਰਿਆਂ ਨੂੰ ਵੀ ਇਸ ਗੱਲ ਦੀ ਖੁਸ਼ੀ ਸੀ ਕਿ ਉਸ ਰੋਜ਼ ਘਰ ਦਾ ਦਮਾਦ ਉੱਥੇ ਪਧਾਰ ਰਿਹਾ ਸੀ। ਕਹਿਣ ਨੂੰ ਤਾਂ ਰਾਗਨੀ ਭਗਵਾਨ ਦੀ ਮੂਰਤ ਸਾਹਮਣੇ ਬੈਠੀ ਸੀ, ਪਰ ਪਰਮਜੀਤ ਦਾ ਸਾਰਾ ਕਾਲਪਨਿਕ ਪ੍ਰੋਗਰਾਮ ਆਪਣੇ ਜ਼ਹਿਨ ਵਿੱਚ ਵੀ ਵਿਚਾਰੇ ਜਾ ਰਹੇ ਸੀ। ਉਸਦਾ ਖਤ ਮਿਲਦਿਆਂ ਹੀ ਉਸਨੇ ਇੱਥੇ ਆਉਣ ਦਾ ਵਿਚਾਰ ਬਣਾ ਲਿਆ ਹੋਵੇਗਾ, ਉਸਨੇ ਸੋਚਿਆ। ਫਿਰ ਉਸਦੇ ਮਨ ਵਿੱਚ ਇਹ ਗੱਲ ਆਈ ਕਿ ਅੱਜ ਪਰਮਜੀਤ ਦਾ ਮਨ ਦਫ਼ਤਰ ਵਿੱਚ ਬਿਲਕੁਲ ਨਹੀਂ ਲੱਗੇਗਾ, ਇਸ ਲਈ ਉਹ ਆਫਿਸ ਤੋਂ ਅੱਧੇ ਦਿਨ ਦੀ ਛੁੱਟੀ ਲੈ ਲਵੇਗਾ ਅਤੇ 4:30 ਜਾਂ 5 ਵੱਧ ਤੋਂ ਵੱਧ 5 ਵਜੇ ਤੱਕ ਇੱਥੇ ਪਹੁੰਚ ਜਾਵੇਗਾ। ਇਹ ਵੀ ਤਾਂ ਹੋ ਸਕਦਾ ਹੈ ਕਿ ਉਸਦੀ ਚਿੱਠੀ ਮਿਲਦਿਆਂ ਹੀ ਪਰਮਜੀਤ ਦਾ ਆਫਿਸ ਜਾਣ ਨੂੰ ਹੀ ਮਨ ਨਾ ਕਰੇ। ਫਿਰ ਉਹ ਆਫਿਸ ਚਲਾ ਵੀ ਜਾਂਦਾ ਹੈ ਤਾਂ ਵੀ ਉਸਦਾ ਦਿਲ ਕਿਸੇ ਕੰਮ 'ਚ ਲੱਗੇਗਾ ਹੀ ਨਹੀਂ। ਅਤੇ ਇਹ ਵੀ ਹੋ ਸਕਦਾ ਹੈ ਕਿ ਉਹ ਸਵੇਰੇ 10:30 ਵਜੇ ਹੀ ਤਬੀਅਤ ਖਰਾਬ ਹੋਣ ਦਾ ਬਹਾਨਾ ਬਣਾ ਕੇ ਆਫਿਸ ਤੋਂ ਛੁੱਟੀ ਲੈਂਦਿਆਂ ਹੋਏ 11 ਵਜੇ ਵਾਲੀ ਬੱਸ ਪਕੜ ਲਵੇ। ਇਸ ਵਕਤ ਬੱਸ ਪਕੜਨ ਦਾ ਮਤਲਬ ਹੋਵੇਗਾ ਦੁਪਹਿਰ ਦੇ ਠੀਕ 1 ਵਜੇ ਇੱਥੇ ਪਹੁੰਚਦੇ ਹੋਏ ਕਰੀਬ 1:30 ਵਜੇ ਦੇ ਕਰੀਬ ਘਰ ਅੱਪੜ ਸਕਣਾ। ਉਦੋਂ ਤਾਂ ਰਾਗਨੀ ਨੂੰ ਦੁਪਹਿਰ ਦਾ ਖਾਣਾ 1 ਵਜੇ ਤੱਕ ਤਿਆਰ ਕਰ ਲੈਣਾ ਚਾਹੀਦਾ ਹੈ। ਪਰ ਖਾਸ ਸਮਾਨ ਲਿਆਉਣ ਲਈ ਤਾਂ ਹਜੇ ਦੁਕਾਨਾਂ ਵੀ ਨਹੀਂ ਖੁੱਲ੍ਹੀਆਂ ਹੋਣਗੀਆਂ। ਹੁਣ ਰਾਗਨੀ ਦੁਕਾਨ ਖੁੱਲ੍ਹ ਜਾਣ ਦਾ ਵਕਤ ਹੋਣ ਦੀ ਉਡੀਕ ਕਰਨ ਲੱਗ ਪਈ। ਪਿਤਾ ਜੀ ਦਾ ਦਫ਼ਤਰ 9 ਵਜੇ ਲੱਗਦਾ ਹੈ। ਉਹ ਤਿਆਰ ਹੋ ਕੇ ਸਵੇਰੇ 8:30 ਵਜੇ ਘਰੋਂ ਨਿਕਲ ਗਏ। ਜਾਣ ਲੱਗਿਆਂ ਆਖ ਗਏ ਕਿ ਜੇਕਰ ਪਰਮਜੀਤ ਦੁਪਹਿਰ ਵੇਲੇ ਆ ਜਾਂਦਾ ਹੈ ਤਾਂ ਉਹਨਾਂ ਨੂੰ ਟੈਲੀਫੋਨ ਰਾਹੀਂ ਇਤਲਾਹ ਕਰ ਦਿੱਤੀ ਜਾਏ ਤਾਂ ਜੋ ਉਹ ਆਪਣੇ ਦਫ਼ਤਰ ਤੋਂ ਅੱਧੇ ਦਿਨ ਦੀ ਛੁੱਟੀ ਲੈ ਕੇ ਘਰ ਪਰਤ ਆਉਣ। ਘੜੀ 'ਚ 9 ਵਜਦਿਆਂ ਹੀ ਰਾਗਨੀ ਨੇ ਕੋਮਲ ਦੇ ਹੱਥ ਵਿੱਚ ਇੱਕ ਵੱਡੀ ਜਿਹੀ ਲਿਸਟ ਫੜਾ ਦਿੱਤੀ, ਜਿਸ ਵਿੱਚ ਪਿਸਤਾ, ਬਦਾਮ ਆਦਿ ਤੋਂ ਲੈ ਕੇ ਜੀਰਾ ਅਤੇ ਧਨੀਆ ਵਗੈਰਾ ਦਾ ਸਾਰਾ ਸਮਾਨ ਲਿਖਿਆ ਹੋਇਆ ਸੀ। 9:45 ਵਜੇ ਤੱਕ ਸਾਰਾ ਸਮਾਨ ਲੈ ਕੇ ਕੋਮਲ ਪਰਤ ਆਈ। ਦੋਧੀ ਹਜੇ ਤੱਕ ਦੁੱਧ ਲੈ ਕੇ ਨਹੀਂ ਸੀ ਆਇਆ। ਰਾਗਨੀ ਨੇ ਕੋਮਲ ਨੂੰ ਆਖਿਆ ਕਿ ਉਹ ਗੁਆਂਢੀਆਂ ਤੋਂ ਸਾਈਕਲ ਲੈ ਕੇ ਦੋਧੀ ਦੇ ਘਰੋਂ ਹੀ ਦੁੱਧ ਲੈ ਆਵੇ ਅਤੇ 2 ਕਿਲੋ ਜ਼ਿਆਦਾ ਲੈ ਆਵੇ। ਕੋਈ ਹੋਰ ਵੇਲਾ ਹੁੰਦਾ ਤਾਂ ਕੋਮਲ ਬਿਲਕੁਲ ਕੰਮ ਨਹੀਂ ਕਰਦੀ, ਪਰ ਆਪਣੇ ਜੀਜਾ ਜੀ ਦੇ ਆਉਣ ਦੀ ਖੁਸ਼ੀ ਵਿੱਚ ਅੱਜ ਉਹ ਵੀ ਕਿਸੇ ਕੰਮ ਲਈ ਇਨਕਾਰ ਨਹੀਂ ਸੀ ਕਰ ਰਹੀ ਅਤੇ ਫਟਾਫਟ ਸਾਰੇ ਕੰਮਾਂ ਨੂੰ ਬਾਖੂਬੀ ਅੰਜਾਮ ਦੇ ਰਹੀ ਸੀ। ਦੁਪਹਿਰ ਦੇ 12:30 ਵਜੇ ਤੱਕ ਖੀਰ ਅਤੇ 3 ਤਰ੍ਹਾਂ ਦੀਆਂ ਸਬਜ਼ੀਆਂ ਤਿਆਰ ਕਰਕੇ ਰਾਗਨੀ ਨੇ ਪੂੜੀਆਂ ਲਈ ਆਟਾ ਗੁੰਨ ਲਿਆ ਸੀ। ਹਾਲਾਂਕਿ ਰਾਗਨੀ ਨੇ ਪਰਮਜੀਤ ਨੂੰ ਚਿੱਠੀ ਵਿੱਚ ਇਹੋ ਲਿਖਿਆ ਸੀ ਕਿ ਉਹ ਸ਼ੁੱਕਰਵਾਰ ਦੀ ਸ਼ਾਮ ਨੂੰ ਆ ਜਾਵੇ, ਲੇਕਿਨ ਉਹ ਆਪਣੇ ਪਤੀ ਦੇ ਬੇਸ਼ੁਮਾਰ ਪਿਆਰ ਤੋਂ ਨਾਵਾਕਿਫ ਤਾਂ ਨਹੀਂ ਸੀ। ਇਸ ਲਈ ਉਸਦਾ ਮਨ ਵਾਰ-ਵਾਰ ਇਹੋ ਕਰ ਰਿਹਾ ਸੀ ਕਿ ਉਹ ਅੱਜ ਸਵੇਰੇ ਹੀ ਛੁੱਟੀ ਲੈ ਕੇ ਉੱਥੋਂ ਦੀ ਚੱਲ ਪਿਆ ਹੋਵੇਗਾ ਅਤੇ ਦੁਪਹਿਰ ਦੇ 1:30 ਵਜੇ ਤੱਕ ਉਹ ਉਸਦੇ ਕੋਲ ਜ਼ਰੂਰ ਹੀ ਪਹੁੰਚ ਜਾਏਗਾ। ਉਹ ਆਪਣੇ ਕਿੰਨੇ ਵੀ ਪ੍ਰੋਗਰਾਮ ਬਣਾਉਂਦਾ ਰਹੇ, ਪਰ ਨਿਸ਼ਚਿਤ ਸਮੇਂ ਤੋਂ ਕਾਫੀ ਪਹਿਲਾਂ ਪਹੁੰਚ ਜਾਣਾ ਪਰਮਜੀਤ ਦੀ ਆਦਤ 'ਚ ਸ਼ੁਮਾਰ ਸੀ। ਇਹ ਰਾਗਨੀ ਤੋਂ ਕਿਸੇ ਤਰ੍ਹਾਂ ਛੁਪਿਆ ਨਹੀਂ ਸੀ। ਇਸ ਤੋਂ ਪਹਿਲਾਂ ਬੀਤੇ ਵਿੱਚ ਵੀ ਅਜਿਹਾ ਕੁਝ ਇੱਕ ਵਾਰ ਵਾਪਰ ਚੁੱਕਿਆ ਸੀ। ਰਾਗਨੀ ਜਦੋਂ ਵਿਆਹ ਤੋਂ ਬਾਅਦ ਪਹਿਲੀ ਵਾਰ ਪੇਕੇ ਆਈ ਸੀ ਤਾਂ ਉਸਨੇ ਆਪਣੀ ਲਿਖਾਵਟ 'ਚ ਮਾਂ ਦੀ ਤਰਫੋਂ ਪਰਮਜੀਤ ਨੂੰ ਇੱਕ ਚਿੱਠੀ 'ਚ ਤਹਿਰੀਰ ਕੀਤਾ ਸੀ ਕਿ ਸੈਕਿੰਡ ਸੈਟਰਡੇ ਆ ਰਿਹਾ ਹੈ, ਇਸ ਲਈ ਉਹ ਸ਼ੁੱਕਰਵਾਰ ਦੀ ਸ਼ਾਮੀ ਉਹਨਾਂ ਨੂੰ ਮਿਲਣ ਜ਼ਰੂਰ ਆ ਜਾਵੇ। ਪਤੀ ਦੇਵ ਦੇ ਸ਼ਾਮ ਨੂੰ ਆ ਜਾਣ ਦੇ ਹਿਸਾਬ ਨਾਲ ਹੀ ਰਾਗਨੀ ਆਪਣੀ ਤਿਆਰੀ ਕਰਦੀ ਰਹੀ ਸੀ, ਜਦ ਕਿ ਜਨਾਬ ਪਰਮਜੀਤ ਦਫ਼ਤਰ ਤੋਂ ਛੁੱਟੀ ਲੈ ਕੇ ਸਵੇਰੇ ਹੀ ਨਿਕਲ ਪਏ ਸਨ। ਦੁਪਹਿਰ ਦੇ 1 ਵਜੇ ਤੱਕ ਤਾਂ ਉਹ ਆਪਣੇ ਸਹੁਰੇ ਘਰ ਵੀ ਆ ਪਹੁੰਚੇ ਸਨ।
ਪਤੀ ਦੇਵ ਦੀ ਪੂਰੀ ਤਰ੍ਹਾਂ ਖਾਤਰਦਾਰੀ ਕਰਕੇ ਉਸ ਤੇ ਜੋ ਮਾਲਕਾਨਾ ਹੱਕ ਰਾਗਨੀ ਸਥਾਪਿਤ ਕਰਨਾ ਚਾਹੁੰਦੀ ਸੀ ਉਹ ਸਾਰਾ ਧਰਿਆ ਧਰਾਇਆ ਰਹਿ ਗਿਆ ਸੀ। ਪਰ ਅੱਜ ਉਹ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਸੀ। ਉਂਝ ਵੀ ਉਸਨੂੰ ਪੂਰਾ ਯਕੀਨ ਸੀ ਕਿ ਉਹਦਾ ਪਰਮਜੀਤ ਬਸ ਆਉਂਦਾ ਹੀ ਹੋਵੇਗਾ। ਦੂਜੇ ਪਾਸੇ ਪਰਮਜੀਤ ਨੇ ਅੱਜ ਪੁੱਜਣਾ ਹੁੰਦਾ ਤਦ ਨਾ। ਦੁਪਹਿਰ ਦੇ 2:30 ਵੱਜ ਗਏ ਤਾਂ ਰਾਗਨੀ ਨੇ ਸੋਚਿਆ ਕਿ ਪਰਮਜੀਤ ਨੂੰ ਛੁੱਟੀ ਨਹੀਂ ਮਿਲੇ ਹੋਏਗੀ ਅਤੇ ਉਹ ਅੱਧੇ ਦਿਨ ਦੀ ਛੁੱਟੀ ਲੈ ਕੇ 2 ਵਜੇ ਵਾਲੀ ਬੱਸ ਵਿੱਚ ਬੈਠਿਆ ਹੋਏਗਾ। ਇਸ ਟਾਈਮ ਵਾਲੀ ਬੱਸ ਇੱਧਰ 5 ਵਜੇ ਦੇ ਕਰੀਬ ਪਹੁੰਚਦੀ ਹੈ। ਇਸ ਲਈ ਠੀਕ ਇਹੋ ਸੀ ਕਿ ਉਹ ਕੋਮਲ ਅਤੇ ਮਾਂ ਲਈ ਥੋੜ੍ਹੀ ਪੂੜੀਆਂ ਬਣਾ ਦੇਵੇ, ਬਾਕੀ ਪਰਮਜੀਤ ਦੇ ਆਉਣ 'ਤੇ ਸਹੀ। ਸ਼ਾਮ ਦੇ 5 ਵੱਜ ਗਏ ਤਾਂ ਰਾਗਨੀ ਨੇ ਇਹ ਸੋਚਿਆ ਕਿ ਪਰਮਜੀਤ ਨੂੰ ਆਫਿਸ ਤੋਂ ਅੱਧੇ ਦਿਨ ਦੀ ਛੁੱਟੀ ਨਹੀਂ ਮਿਲੀ ਹੋਏਗੀ, ਲਿਹਾਜ਼ਾ ਉਹ 5:30 ਵਜੇ ਵਾਲੀ ਬੱਸ ਰਾਹੀਂ 8:30 ਦੇ ਕਰੀਬ ਇੱਥੇ ਪਹੁੰਚੇਗਾ। ਪਰਮਜੀਤ ਨੇ ਨਾ ਅੱਜ ਆਉਣਾ ਸੀ ਅਤੇ ਨਾ ਹੀ ਉਹ ਆਇਆ। 5:30 ਵਜੇ ਪਿਤਾ ਜੀ ਦਫ਼ਤਰ ਤੋਂ ਪਰਤ ਆਏ। ਆਉਂਦਿਆਂ ਹੀ ਉਹਨਾਂ ਪਰਮਜੀਤ ਦੇ ਬਾਰੇ ਪੁੱਛਿਆ। ਉਦੋਂ ਰਾਗਨੀ ਨੇ ਸਪਸ਼ਟੀਕਰਨ ਦਿੱਤਾ ਕਿ ਉਹ ਤਾਂ 8:30 ਜਾਂ 9 ਵਜੇ ਤੱਕ ਹੀ ਆਉਣਗੇ, ਪਰ ਪਹੁੰਚਣਗੇ ਜ਼ਰੂਰ। ਫਿਰ ਰਾਗਨੀ ਦੇ ਕਹਿਣ 'ਤੇ 8 ਵਜੇ ਪਿਤਾ ਜੀ ਪਰਮਜੀਤ ਨੂੰ ਲਿਆਉਣ ਲਈ ਬੱਸ ਸਟੈਂਡ ਵੱਲ ਨਿਕਲ ਗਏ। ਰਾਤੀ 10 ਵਜੇ ਉਹਨਾਂ ਨੇ ਬੱਸ ਸਟੈਂਡ ਤੋਂ ਇਕੱਲਿਆਂ ਪਰਤਦਿਆਂ ਦੱਸਿਆ ਕਿ ਪਰਮਜੀਤ ਦੇ ਨਾ ਆਉਣ ਕਾਰਨ ਇੱਕ ਵੱਡੀ ਚਿੰਤਾ ਖੜੀ ਹੋ ਗਈ ਹੈ। ਟੈਲੀਫੋਨ ਦੇ ਜਾਲ ਵਿਸ਼ੇ ਹੋਣ ਦਾ ਜ਼ਮਾਨਾ ਉਹ ਨਹੀਂ ਸੀ। ਦਫ਼ਤਰਾਂ ਵਿੱਚ ਤਾਂ ਫਿਰ ਵੀ ਇਹਨਾਂ ਦਾ ਇਸਤੇਮਾਲ ਹੋਣ ਲੱਗਿਆ ਸੀ, ਪਰ ਘਰਾਂ 'ਚ ਤਾਂ ਕਿਤੇ ਇੱਕਾ ਦੁੱਕਾ ਹੀ ਦਿਖਾਈ ਦਿੰਦੇ ਸਨ। ਹਾਲਾਂਕਿ ਇਹਨਾਂ ਲੋਕਾਂ ਦੇ ਮੁਹੱਲੇ ਦੇ ਇੱਕ ਘਰ ਵਿੱਚ ਟੈਲੀਫੋਨ ਸੀ। ਉੱਥੋਂ ਦੀ ਕਦੇ ਕਦਾਈ ਉਹ ਲੋਕ ਪਿਤਾ ਜੀ ਦੇ ਦਫ਼ਤਰ ਵਿੱਚ ਫੋਨ ਕਰ ਵੀ ਲੈਂਦੇ ਸਨ। ਦੂਜੇ ਸ਼ਹਿਰ ਵਿੱਚ ਫੋਨ ਕਰਨ ਲਈ ਕਾਲ ਬੁੱਕ ਕਰਾਉਣੀ ਪੈਂਦੀ ਸੀ ਅਤੇ ਇਸ ਦੇ ਲਈ ਕਈ ਘੰਟਿਆਂ ਤੱਕ ਇੰਤਜ਼ਾਰ ਵੀ ਕਰਨਾ ਪੈਂਦਾ ਸੀ। ਇਸ ਵਕਤ ਤਾਂ ਇਹ ਵੀ ਨਹੀਂ ਕੀਤਾ ਜਾ ਸਕਦਾ ਸੀ। ਪਰਮਜੀਤ ਦੇ ਦਫ਼ਤਰ ਵਿੱਚ ਭਲੇ ਫੋਨ ਦੀ ਸਹੂਲਤ ਸੀ, ਪਰ ਜਿੱਥੇ ਉਹ ਰਹਿੰਦਾ ਸੀ ਉੱਥੇ ਤਾਂ ਪੂਰੇ ਮੁਹੱਲੇ ਵਿੱਚ ਇੱਕ ਫੋਨ ਤੱਕ ਨਹੀਂ ਸੀ। ਆਖਿਰ ਰਾਤ ਦੇ 11 ਵੱਜ ਗਏ। ਹੁਣ ਪਰਮਜੀਤ ਦੇ ਆਉਣ ਦੀ ਸੰਭਾਵਨਾ ਨਹੀਂ ਸੀ ਰਹੀ। ਇਸ ਤੋਂ ਅੱਗੇ ਇੰਤਜ਼ਾਰ ਕਰਨ ਦਾ ਕੋਈ ਫਾਇਦਾ ਨਹੀਂ ਸੀ। ਸਾਰਿਆਂ ਨੇ ਭਰੇ ਮਨ ਨਾਲ ਖਾਣਾ ਖਾਧਾ। ਉਂਝ ਤਾਂ ਸਭ ਦੀ ਭੁੱਖ ਪਹਿਲਾਂ ਹੀ ਮਿਟ ਚੁੱਕੀ ਸੀ ਅਤੇ ਖਾਣੇ ਦੇ ਸਵਾਦ ਤੋਂ ਵੀ ਸਾਰਿਆਂ ਦਾ ਮਨ ਭਰ ਗਿਆ ਸੀ। ਰਾਗਨੀ ਦਾ ਮਨ ਰੋ ਰਿਹਾ ਸੀ ਕਿ ਉਹ ਸਾਰਾ ਖਾਣਾ ਚੁੱਕ ਕੇ ਬਾਹਰ ਨਾਲੇ 'ਚ ਸੁੱਟ ਆਏ। ਰਾਗਨੀ ਦਾ ਮੂਡ ਇੱਕ ਪਾਸੇ ਜੇਕਰ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਸੀ ਤਾਂ ਦੂਜੇ ਪਾਸੇ ਉਸਨੂੰ ਪਰਮਜੀਤ ਦੇ ਨਾ ਪਹੁੰਚ ਸਕਣ ਦੀ ਫਿਕਰ ਵੀ ਸਤਾਉਣ ਲੱਗੀ ਸੀ। ਕਿਤੇ ਬਿਮਾਰ ਨਾ ਪੈ ਗਏ ਹੋਣ। ਆਖਿਰ ਕਿਹੜੀ ਵਜ੍ਹਾ ਹੋ ਸਕਦੀ ਹੈ? ਉਂਝ ਰੁਕਣ ਵਾਲੇ ਤਾਂ ਉਹ ਹੈ ਹੀ ਨਹੀਂ। ਕੋਮਲ ਦਾ ਮੂਡ ਵੀ ਕਾਫੀ ਖਰਾਬ ਹੋ ਰਿਹਾ ਸੀ, ਤਾਂ ਵੀ ਉਹ ਆਪਣੇ ਰਟੇ ਰਟਾਏ ਜੁਮਲੇ ਕਿ ਜੀਜਾ ਜੀ ਨੂੰ ਤਾਂ ਕਿਸੇ ਨਾਲ ਪਿਆਰ ਹੀ ਨਹੀਂ ਦਾ ਉਚਾਰਨ ਕਰਦਿਆਂ ਰਾਗਨੀ ਨੂੰ ਚੁੜਾਉਂਦੀ ਜਾ ਰਹੀ ਸੀ। ਅਗਲਾ ਅੰਕ। ਟਾਈਮ ਪੀਸ ਨੇ ਸਵੇਰ ਦੇ 4 ਵਜੇ ਦਾ ਅਲਾਰਮ ਵਜਾਇਆ ਤਾਂ ਪਰਮਜੀਤ ਦੀ ਨੀਂਦ ਫਟਾਕ ਨਾਲ ਖੁੱਲ੍ਹ ਗਈ। ਲਾਈਟ ਜਗਾ ਕੇ ਉਹ ਬਿਸਤਰ 'ਤੇ ਹੀ ਬੈਠ ਗਿਆ। ਇਸ ਵਕਤ ਘੜੀ ਵਿੱਚ ਠੀਕ 4:02 ਹੋ ਰਹੇ ਸਨ। ਰਾਏਗੜ੍ਹ ਲਈ ਪਹਿਲੀ ਬੱਸ 4:40 'ਤੇ ਰਵਾਨਾ ਹੁੰਦੀ ਸੀ। ਛੇਤੀ ਤਿਆਰ ਹੋ ਕੇ ਠੀਕ 4:30 ਵਜੇ ਉਹ ਬੱਸ ਸਟੈਂਡ 'ਤੇ ਪਹੁੰਚ ਗਿਆ। ਬੱਸ ਵਿੱਚ ਕੋਈ ਖਾਸ ਭੀੜ ਨਹੀਂ ਸੀ। ਬੜੇ ਹੀ ਆਰਾਮ ਨਾਲ ਉਸਨੇ ਰਾਏਗੜ੍ਹ ਦੀ ਟਿਕਟ ਖਰੀਦੀ ਅਤੇ ਜਾ ਕੇ ਬੱਸ ਵਿੱਚ ਚੜ੍ਹ ਗਿਆ। 4:40 'ਤੇ ਚੱਲਣ ਵਾਲੀ ਉਹ ਨੌਨ ਸਟਾਪ ਬੱਸ ਠੀਕ 7:30 ਵਜੇ ਉਸਨੂੰ ਉਸਦੇ ਸਹੁਰੇ ਘਰ ਪਹੁੰਚਾ ਦੇਵੇਗੀ। ਸਕੂਟਰ ਰਿਕਸ਼ਾ ਵਗੈਰਾ ਕਰਕੇ ਉਸ 8 ਵਜੇ ਤੱਕ ਆਪਣੀ ਰਾਗਨੀ ਕੋਲ ਪਹੁੰਚ ਜਾਏਗਾ। ਪਰਮਜੀਤ ਦੇ ਦਿਲੋਂ ਦਿਮਾਗ 'ਤੇ ਕੁਝ ਇਸ ਤਰ੍ਹਾਂ ਦਾ ਨਕਸ਼ਾ ਬਣ ਰਿਹਾ ਸੀ। ਠੀਕ ਸਮੇਂ 'ਤੇ ਬੱਸ ਉੱਥੋਂ ਚੱਲ ਪਈ। ਬੱਸ ਦੇ ਚਲਦਿਆਂ ਹੀ ਪਰਮਜੀਤ ਦਾ ਮੋਰ ਰੂਪੀ ਮਨ ਵੀ ਪਰਵਾਜ਼ ਭਰਨ ਲੱਗਾ ਸੀ। ਉਹ ਰਾਗਨੀ ਦੀਆਂ ਯਾਦਾਂ 'ਚ ਗਵਾਚ ਗਿਆ। ਬੱਸ ਡਰਾਈਵਰ ਇੱਕਦਮ ਤਰੋ ਤਾਜ਼ਾ ਜਾਪ ਰਿਹਾ ਸੀ। ਉਂਝ ਵੀ ਅੱਜ ਦਾ ਉਸਦਾ ਪਹਿਲਾ ਗੇੜਾ ਸੀ। ਬੱਸ ਚਲਦਿਆਂ ਹੀ ਉਸਨੇ ਟੇਪ ਰਿਕਾਰਡਰ 'ਤੇ ਕੈਸਟ ਲਾ ਲਈ। ਫਿਰ ਗੀਤਾਂ ਦੀ ਧੁਨ 'ਤੇ ਉਹ ਮਸਤੀ 'ਚ ਬੱਸ ਚਲਾਉਣ ਲੱਗਾ। ਕੈਸਟ ਤੋਂ ਨਿਕਲਣ ਵਾਲੀ ਆਵਾਜ਼ ਵਿੱਚ ਉਹ ਆਪਣੀ ਆਵਾਜ਼ ਮਿਲਾਈ ਜਾ ਰਿਹਾ ਸੀ। ਸਫ਼ਰ ਇੱਕਦਮ ਸੁਹਾਨਾ ਜਾਪਣ ਲੱਗਾ। ਅੱਗੇ ਕੁਝ ਹੀ ਪਲਾਂ ਵਿੱਚ ਕੀ ਵਾਪਰਨ ਜਾ ਰਿਹਾ ਸੀ, ਇਸ ਗੱਲ ਦਾ ਕੋਈ ਵੀ ਅਨੁਮਾਨ ਨਹੀਂ ਲਗਾ ਸਕਦਾ ਸੀ। ਬੱਸ ਨਾਰਾਇਣਪੁਰ ਤੋਂ ਚੱਲ ਕੇ ਹਜੇ ਮਸਾਂ 20 ਕਿਲੋਮੀਟਰ ਤੱਕ ਗਈ ਹੋਵੇਗੀ ਕਿ ਇੱਕ ਜ਼ੋਰ ਦਾ ਧਮਾਕਾ ਹੋਇਆ।
ਪਰਮਜੀਤ ਹੜਬੜਾ ਕੇ ਉੱਠ ਬੈਠਾ। ਬੱਸ ਵਿੱਚ ਬੈਠੀਆਂ ਸਾਰੀਆਂ ਸਵਾਰੀਆਂ ਸਹਿਮ ਗਈਆਂ। ਬੱਸ ਸਾਹਮਣਿਓਂ ਆ ਰਹੇ ਇੱਕ ਟਰੱਕ ਨਾਲ ਟਕਰਾ ਗਈ ਸੀ, ਜਿਸ ਨਾਲ ਅੰਦਰ ਹਫੜਾ ਦਫੜੀ ਮਚ ਗਈ। ਇਸੇ ਭੱਜ ਨੱਠ ਵਿੱਚ ਪਰਮਜੀਤ ਵੀ ਆਪਣੀ ਜਾਨ ਦੀ ਖੈਰ ਮਨਾਉਂਦਾ ਹੋਰਨਾਂ ਸਵਾਰੀਆਂ ਨਾਲ ਛੇਤੀ ਹੇਠਾਂ ਉਤਰ ਗਿਆ। ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਪਿਚਕ ਗਿਆ ਸੀ। ਦੂਜੇ ਪਾਸੇ ਟਰੱਕ ਦੀ ਹਾਲਤ ਵੀ ਬਹੁਤ ਬੁਰੀ ਸੀ। ਟਰੱਕ ਦਾ ਇੰਜਨ ਬੱਸ ਦੇ ਇੰਜਨ ਨਾਲ ਖਤਰਨਾਕ ਤਰੀਕੇ ਨਾਲ ਭਿੜ ਗਿਆ ਸੀ ਅਤੇ ਉੱਥੋਂ ਧੂੰਆਂ ਵੀ ਕਾਫੀ ਮਾਤਰਾ ਵਿੱਚ ਨਿਕਲਣ ਲੱਗਾ ਸੀ। ਗਨੀਮਤ ਰਹੀ ਕਿ ਅੱਗ ਨਹੀਂ ਸੀ ਲੱਗੀ। ਬੱਸ ਡਰਾਈਵਰ ਦੇ ਸਿਰ 'ਚ ਸੱਟ ਵੱਜੀ ਸੀ ਅਤੇ ਉਹ ਬੇਹੋਸ਼ ਹੋ ਕੇ ਇੱਕ ਤਰਫ ਪੈ ਗਿਆ ਸੀ। ਟਰੱਕ ਡਰਾਈਵਰ ਅਤੇ ਉਸਦੇ ਨਾਲ ਬੈਠੇ 2 ਹੋਰ ਵਿਅਕਤੀ ਵੀ ਬੇਹੋਸ਼ ਹੋ ਚੁੱਕੇ ਸਨ। ਬੱਸ ਵਿੱਚ ਬੈਠੀਆਂ ਕਈ ਸਵਾਰੀਆਂ ਵੀ ਇਸੇ ਹਾਲਤ ਵਿੱਚ ਸਨ। ਕਈ ਹੋਰ ਲੋਕਾਂ ਨਾਲ ਪਰਮਜੀਤ ਵੀ ਟਰੱਕ ਅਤੇ ਬੱਸ ਦੇ ਜ਼ਖਮੀਆਂ ਨੂੰ ਵਾਹਨਾਂ ਤੋਂ ਬਾਹਰ ਕੱਢਣ 'ਚ ਮਦਦ ਕਰਨ ਲੱਗਾ ਸੀ। ਇਸੇ ਦਰਮਿਆਨ ਹੋਰ ਗੁਜ਼ਰਨ ਵਾਲੀਆਂ ਬੱਸਾਂ, ਕਾਰਾਂ ਆਦਿ ਵੀ ਇੱਥੇ ਪਹੁੰਚ ਕੇ ਰੁਕਣ ਲੱਗੀਆਂ ਸਨ ਅਤੇ ਪੁਲਿਸ ਨੂੰ ਵੀ ਇਸ ਹਾਦਸੇ ਦੀ ਇਤਲਾਹ ਕਰ ਦਿੱਤੀ ਗਈ ਸੀ। ਥੋੜ੍ਹੀ ਹੀ ਦੇਰ ਵਿੱਚ ਪੁਲਿਸ ਪਾਰਟੀ ਦੀ ਇੱਕ ਟੀਮ ਹਾਦਸਾਗ੍ਰਸਤ ਜਗ੍ਹਾ ਤੇ ਪਹੁੰਚ ਗਈ। ਜ਼ਖਮੀਆਂ ਨੂੰ ਇੱਕ ਪ੍ਰਾਈਵੇਟ ਵੈਨ ਵਿੱਚ ਨਜ਼ਦੀਕ ਦੇ ਹਸਪਤਾਲ ਲਈ ਰਵਾਨਾ ਕਰਨ ਪਿੱਛੋਂ ਪੁਲਿਸ ਮੁਲਾਜ਼ਮ ਆਪਣੀ ਕਾਰਵਾਈ ਕਰਨ 'ਚ ਰੁੱਝ ਗਏ। ਇਸ ਤਰ੍ਹਾਂ ਪਰਮਜੀਤ ਨੂੰ ਉੱਥੇ 4 ਘੰਟੇ ਤੋਂ ਵੱਧ ਸਮਾਂ ਲੱਗ ਗਿਆ। ਉਂਝ ਤਾਂ ਇਹ ਉਸਦੀ ਖੁਸ਼ਨਸੀਬੀ ਹੀ ਸੀ ਕਿ ਮੂਹਰਲੀਆਂ ਸੀਟਾਂ ਤੇ ਬੈਠਾ ਹੋਣ ਦੇ ਬਾਵਜੂਦ ਉਹ ਕਿਸੇ ਗੰਭੀਰ ਸੱਟ ਤੋਂ ਬਚ ਗਿਆ ਸੀ। ਟਰਾਂਸਪੋਰਟ ਮਹਿਕਮੇ ਵੱਲੋਂ ਦੂਜੀ ਬੱਸ ਦਾ ਬੰਦੋਬਸਤ ਕਰ ਦਿੱਤਾ ਗਿਆ। ਪੂਰੇ 9 ਵਜੇ ਬੱਸ ਉੱਥੋਂ ਚੱਲੀ। ਅਗਲਾ ਅੰਕ। ਦਿਨ ਦੇ 9 ਵਜੇ ਜਦੋਂ ਰਾਗਨੀ ਦੀ ਅੱਖ ਖੁੱਲ੍ਹੀ ਤਾਂ ਉਸਦਾ ਸਿਰ ਭਾਰੀ ਹੋ ਰਿਹਾ ਸੀ। ਇਸ ਦੀ ਵਜ੍ਹਾ ਸੀ ਕਿ ਉਹ ਰਾਤ ਨੂੰ ਸੌਂ ਨਹੀਂ ਸਕੀ ਸੀ। ਸਵੇਰੇ 7 ਵਜੇ ਜਾ ਕੇ ਕਿਤੇ ਥੋੜ੍ਹੀ ਅੱਖ ਲੱਗੀ ਸੀ। ਪੂਰੀ ਰਾਤ ਉਸਨੂੰ ਇਹ ਚਿੰਤਾ ਸਤਾਉਂਦੀ ਰਹੀ ਸੀ ਕਿ ਉਸਦਾ ਪਰਮਜੀਤ ਸੁੱਖ ਸਾਂਦੀ ਹੋਵੇ। ਦੂਜੇ ਪਾਸੇ ਉਸਦੀ ਇਸ ਲਾਪਰਵਾਹੀ ਤੇ ਉਸਨੂੰ ਗੁੱਸਾ ਵੀ ਬਹੁਤ ਜ਼ਿਆਦਾ ਆ ਰਿਹਾ ਸੀ। ਪਿਤਾ ਜੀ ਨੂੰ ਦੂਜੇ ਸ਼ਨੀਵਾਰ ਦੀ ਛੁੱਟੀ ਨਹੀਂ ਸੀ ਹੁੰਦੀ, ਇਸ ਲਈ ਉਹ ਤਿਆਰ ਹੋ ਕੇ ਆਪਣੇ ਕੰਮ ਤੇ ਚਲੇ ਗਏ ਸਨ। ਜਾਂਦਿਆਂ ਵੇਲੇ ਅੱਜ ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਸੀ ਆਖਿਆ, ਬਸ ਚੁੱਪ-ਚਪੀਤੇ ਨਿਕਲ ਗਏ ਸਨ। ਉਂਝ ਉਹਨਾਂ ਦੇ ਚਿਹਰੇ ਤੇ ਫਿਕਰ ਅਤੇ ਉਦਾਸੀ ਦੇ ਭਾਵ ਸਾਫ਼ ਨਜ਼ਰੀ ਪੈ ਰਹੇ ਸਨ। ਹਾਲਾਂਕਿ ਉਹ ਇਹਨਾਂ ਨੂੰ ਜ਼ਾਹਿਰ ਨਾ ਹੋਣ ਦੇਣ ਦੀ ਕੋਸ਼ਿਸ਼ ਕਰਦੇ ਵੀ ਵਿਖਾਈ ਦੇ ਰਹੇ ਸਨ। ਉਹ ਚਿਹਰੇ ਮੋਹਰੇ ਦੀਆਂ ਹਰਕਤਾਂ ਨੂੰ ਛਿਪਾਉਣ ਦਾ ਨਾਟਕ ਕਰਦਿਆਂ ਵਾਰ-ਵਾਰ ਰੁਮਾਲ ਕੱਢ ਕੇ ਮੂੰਹ ਤੇ ਫਰਾਉਣ ਲੱਗ ਜਾਇਆ ਕਰਦੇ ਸਨ। ਪਿਤਾ ਜੀ ਦੇ ਦਫ਼ਤਰ ਚਲੇ ਜਾਣ ਤੋਂ 2-2.5 ਘੰਟੇ ਬਾਅਦ ਮਾਂ ਵੀ ਗੁਆਂਢ ਵਿੱਚ ਜਾਣ ਦਾ ਦੱਸ ਕੇ ਘਰੋਂ ਨਿਕਲ ਗਈ। ਰਾਗਨੀ ਦਾ ਮਨ ਅੱਜ ਕੁਝ ਵੀ ਕਰਨ ਨੂੰ ਨਹੀਂ ਸੀ ਹੋ ਰਿਹਾ ਅਤੇ ਕੋਮਲ ਆਪਣਾ ਉਹ ਤਕੀਆ ਕਲਾਮ ਦੁਹਰਾਉਂਦੀ ਉਸਨੂੰ ਲਗਾਤਾਰ ਸਤਾਉਂਦੀ ਜਾ ਰਹੀ ਸੀ। ਅੱਜ ਸਵੇਰੇ ਤੋਂ ਹੀ ਉਹ ਇੱਕ ਗੱਲ ਆਖੀ ਵੀ ਜਾ ਰਹੀ ਸੀ, ਵੇਖ ਲੈਣਾ ਦੀਦੀ, ਅੱਜ ਜੇਕਰ ਜੀਜਾ ਜੀ ਆ ਵੀ ਗਏ ਨਾ ਤਾਂ ਵੀ ਮੈਂ ਹੁਣ ਉਹਨਾਂ ਨਾਲ ਕੋਈ ਗੱਲ ਕਰਨ ਵਾਲੀ ਨਹੀਂ। ਸਵੇਰ ਤੋਂ ਹੀ ਉਹ ਨਾਗਨ ਵਾਂਗੂ ਫੁਣਕਾਰਦੀ ਘੁੰਮ ਰਹੀ ਸੀ। ਗੁੱਸੇ ਨਾਲ ਭਰੀ ਅੱਜ ਉਹ ਘਰ ਦਾ ਕੋਈ ਵੀ ਕੰਮ ਨਹੀਂ ਕਰ ਰਹੀ ਸੀ। ਲੱਗਦਾ ਸੀ ਜਿਵੇਂ ਉਹ ਅੱਜ ਕਿਸੇ ਨਾ ਕਿਸੇ ਦਾ ਸਿਰ ਭੰਨ ਕੇ ਹੀ ਦਮ ਲਏਗੀ। ਦੁਪਹਿਰ ਦੇ 12 ਵਜੇ ਦੇ ਕਰੀਬ ਉਸਨੇ ਤੌਲੀਆ ਚੁੱਕਿਆ ਤੇ ਬਾਥਰੂਮ ਵੱਲ ਵਧਣ ਲੱਗੀ। ਤਦੇ ਕਿਸੇ ਦੇ ਦਰਵਾਜ਼ਾ ਖੜਕਾਉਣ ਦੀ ਆਵਾਜ਼ ਪਈ। 1 ਵਾਰ, 2 ਵਾਰ, 3 ਵਾਰੀ। ਦਰਵਾਜ਼ੇ ਤੇ ਲਗਾਤਾਰ ਖੜਕੜ ਹੋਣ ਲੱਗੀ ਸੀ। ਇਸ ਆਵਾਜ਼ ਤੇ ਕੋਮਲ ਦੇ ਬਾਥਰੂਮ ਵੱਲ ਵਧਦੇ ਕਦਮ ਰੁਕ ਗਏ ਸਨ, ਪਰ ਦਰਵਾਜ਼ੇ ਵੱਲ ਜਾਣ ਦੀ ਬਜਾਏ ਉਸਨੇ ਉੱਥੋਂ ਹੀ ਰਾਗਨੀ ਨੂੰ ਆਵਾਜ਼ ਦਿੱਤੀ, ਦੀਦੀ ਜ਼ਰਾ ਵੇਖਣਾ, ਬਾਹਰ ਕੌਣ ਬੇਵਕੂਫਾਂ ਵਾਂਗੂ ਦਰਵਾਜ਼ਾ ਭੰਨੀ ਜਾ ਰਿਹਾ ਹੈ। ਰਾਗਨੀ ਉਸਦੇ ਆਖਣ ਤੋਂ ਪਹਿਲਾਂ ਹੀ ਉਸ ਤਰਫ ਵੱਧ ਚੁੱਕੀ ਸੀ। ਉਸਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਸਾਹਮਣੇ ਉਸਦੇ ਪਤੀ ਦੇਵ ਸ਼੍ਰੀਮਾਨ ਪਰਮਜੀਤ ਬਿਰਾਜਮਾਨ ਸਨ। ਪਰਮਜੀਤ ਤੇ ਰਾਗਨੀ ਅਤੇ ਕੋਮਲ ਨੂੰ ਬਹੁਤ ਗੁੱਸਾ ਆਇਆ ਸੀ। ਦੋਵੇਂ ਉਸ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੀਆਂ ਸਨ। ਕੋਮਲ ਨੇ ਆਪਣੇ ਜੀਜਾ ਜੀ ਨੂੰ ਘਰ ਵਿੱਚ ਪ੍ਰਵੇਸ਼ ਕਰਦਿਆਂ ਦੇਖ ਲਿਆ ਸੀ। ਅੰਦਰੋਂ ਖੁਸ਼ ਹੋਣ ਦੇ ਬਾਵਜੂਦ ਉੱਪਰੋਂ ਗੁੱਸਾ ਜ਼ਾਹਰ ਕਰਨ ਲਈ ਉਹ ਤੌਲੀਆ ਹੱਥ 'ਚ ਫੜੇ ਚੁੱਪਚਾਪ ਮੂੰਹ ਫੈਲਾ ਕੇ ਬਾਥਰੂਮ 'ਚ ਵੜ ਗਈ। ਰਾਗਨੀ ਵੀ ਗੰਭੀਰ ਜਿਹੀ ਬਣੀ ਰਸੋਈ ਵੱਲ ਵਧਣ ਲੱਗੀ। ਪਰਮਜੀਤ ਨੇ ਅੱਗੇ ਵੱਧ ਕੇ ਉਸਦਾ ਹੱਥ ਫੜ ਲਿਆ, ਫਿਰ ਹੌਲੀ ਜਿਹੀ ਪੁੱਛਿਆ, ਨਾਰਾਜ਼ ਹੋ? ਨਹੀਂ, ਬਹੁਤ ਖੁਸ਼ ਹਾਂ, ਰਾਗਨੀ ਨੇ ਮੂੰਹ ਘੁਮਾਇਆ ਹੀ ਲਾਪਰਵਾਹੀ ਨਾਲ ਜਵਾਬ ਦਿੱਤਾ।
ਫਿਰ ਆਪਣਾ ਹੱਥ ਛੁਡਾਉਣ ਲੱਗੀ। ਪਰਮਜੀਤ ਨੇ ਉਸਦਾ ਹੱਥ ਨਹੀਂ ਛੱਡਿਆ, ਬਲਕਿ ਇਸ ਤੇ ਆਪਣੀ ਗਿਰਫਤ ਨੂੰ ਹੋਰ ਮਜ਼ਬੂਤ ਕਰਦਿਆਂ ਜਿਵੇਂ ਤਰਸਯੋਗ ਹਾਲਤ 'ਚ ਕਿਹਾ, ਦੇਖ ਰਾਗਨੀ, ਇਸ ਤਰ੍ਹਾਂ ਨਾਰਾਜ਼ ਨਾ ਹੋ। ਤੇਰਾ ਪਿਆਰ ਮੇਰੇ ਨਾਲ ਸੀ, ਤਦੇ ਹੀ ਤਾਂ ਇੰਨਾ ਵੱਡਾ ਐਕਸੀਡੈਂਟ ਹੋ ਜਾਣ 'ਤੇ ਵੀ ਮੈਨੂੰ ਕੁਝ ਨਹੀਂ ਹੋਇਆ, ਵਰਨਾ ਅੱਜ ਤਾਂ ਮੈਂ। ਸਥਿਤੀ ਦੀ ਨਜ਼ਾਕਤ ਨੂੰ ਸਮਝਦਿਆਂ ਪਰਮਜੀਤ ਨੇ ਕੋਈ ਹੋਰ ਗੱਲ ਦੀ ਬਜਾਏ ਆਪਣੀ ਬੱਸ ਹਾਦਸੇ ਵਾਲੀ ਗੱਲ, ਉਹ ਵੀ ਨਾਟਕ ਭਰੇ ਅੰਦਾਜ਼ ਨਾਲ ਦੱਸਣ ਨੂੰ ਹੀ ਤਰਜੀਹ ਦਿੱਤੀ। ਇਸ ਤੇ ਰਾਗਨੀ ਇੱਕਦਮ ਨਾਲ ਪਿੱਛੇ ਵੱਲ ਮੁੜ ਪਈ। ਐਕਸੀਡੈਂਟ? ਕਿਹੜਾ ਐਕਸੀਡੈਂਟ? ਉਸਨੇ ਉਤਸੁਕਤਾ ਅਤੇ ਘਬਰਾਹਟ ਭਰੀ ਆਵਾਜ਼ ਨਾਲ ਪੁੱਛਿਆ। ਰਸਤੇ ਵਿੱਚ ਸਾਡੀ ਬੱਸ ਦਾ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਹੋ ਗਿਆ ਸੀ। ਬਹੁਤ ਘੱਟ ਲੋਕ ਹੀ ਖੁਸ਼ਨਸੀਬ ਸਨ ਜਿਨ੍ਹਾਂ ਨੂੰ ਸੱਟਾਂ ਫੇਟਾਂ ਨਹੀਂ ਵੱਜੀਆਂ। ਸਮਝੋ ਕਿ ਮੈਂ ਵੀ ਉਹਨਾਂ ਮੁਕੱਦਰ ਵਾਲਿਆਂ 'ਚੋਂ ਇੱਕ ਹਾਂ। ਪਰਮਜੀਤ ਨੇ ਫਿਰ ਉਸੇ ਲਹਿਜੇ ਵਿੱਚ ਗੱਲ ਆਖੀ। ਹੇ ਰਾਮ, ਤੁਹਾਡਾ ਐਕਸੀਡੈਂਟ ਹੋ ਗਿਆ ਅਤੇ ਮੈਂ ਤੁਹਾਡੇ ਨਾਲ ਬੇਵਜ੍ਹਾ ਨਾਰਾਜ਼ ਹੁੰਦੀ ਰਹੀ, ਤੁਹਾਡੇ ਤੇ ਬੇਕਾਰ ਗੁੱਸਾ ਕਰਦੀ ਰਹੀ। ਤੁਹਾਡੇ ਕਿਤੇ ਸੱਟ ਤਾਂ ਨਹੀਂ ਵੱਜੀ? ਰਾਗਨੀ ਨੇ ਛੇਤੀ ਛੇਤੀ ਆਖਿਆ। ਔਰਤ ਦੀ ਕੁਦਰਤਨ ਪ੍ਰਵਿਰਤੀ ਸਾਹਮਣੇ ਸੀ। ਨਹੀਂ, ਮੈਂ ਬਿਲਕੁਲ ਠੀਕ ਹਾਂ, ਕਿਤੇ ਕੋਈ ਸੱਟ ਫੇਟ ਨਹੀਂ ਵੱਜੀ। ਤੇਰਾ ਪਿਆਰ ਜੋ ਮੇਰੇ ਅੰਗ ਸੰਗ ਸੀ। ਪਰਮਜੀਤ ਹਜੇ ਵੀ ਆਪਣੇ ਜੁਮਲਿਆਂ ਨੂੰ ਨਾਟਕੀ ਅਤੇ ਚਾਪਲੂਸੀ ਦੀ ਚਾਸ਼ਨੀ 'ਚ ਡੁਬੋਏ ਹੋਏ ਸੀ। ਇਹ ਦੱਸੋ ਕਿ ਐਕਸੀਡੈਂਟ ਹੋਇਆ ਕਿਵੇਂ? ਕਿਤੇ ਪੀ ਤਾਂ ਨਹੀਂ ਰੱਖੀ ਸੀ ਡਰਾਈਵਰ ਨੇ? ਰਾਗਨੀ ਨੇ ਪਹਿਲਾਂ ਤੋਂ ਜ਼ਿਆਦਾ ਕਾਹਲੇ ਪੈਂਦਿਆਂ ਪੁੱਛਿਆ। ਉਸਦੀ ਆਵਾਜ਼ 'ਚ ਬਹੁਤ ਜ਼ਿਆਦਾ ਘਬਰਾਹਟ ਭਰ ਆਈ ਸੀ। ਸਪਸ਼ਟ ਸੀ ਕਿ ਉਹ ਹੁਣ ਪਰਮਜੀਤ ਦੇ ਦੇਰੀ ਨਾਲ ਪਹੁੰਚਣ ਕਰਕੇ ਨਾਰਾਜ਼ ਕਿਉਂ ਹੋਏਗੀ। ਉਸਨੂੰ ਤਾਂ ਹੁਣ ਇਹੋ ਗੱਲ ਅੰਦਰ ਤੱਕ ਦਹਿਲਾ ਰਹੀ ਸੀ ਕਿ ਜੇਕਰ ਹਾਦਸੇ ਵਿੱਚ ਉਸਦੇ ਪਰਮਜੀਤ ਨੂੰ ਕੁਝ ਹੋ ਜਾਂਦਾ ਤਾਂ ਉਹਦਾ ਤਾਂ ਜਿਉਂਦਿਆਂ ਜੀ ਮਰਨ ਹੋ ਜਾਣਾ ਸੀ। ਉਦੋਂ ਉਹ ਕਿੱਥੇ ਜਾਂਦੀ? ਪਤੀ ਬਗੈਰ ਪਹਾੜ ਵਰਗਾ ਜੀਵਨ ਕੱਟ ਲੈਂਦੀ। ਰਾਗਨੀ ਪਤਾ ਨਹੀਂ ਕਦੋਂ ਤੱਕ ਅਜਿਹੀਆਂ ਊਲ ਜਲੂਲ ਗੱਲਾਂ ਸੋਚਦੀ ਰਹਿੰਦੀ ਕਿ ਪਰਮਜੀਤ ਨੇ ਉਸਦੀਆਂ ਗੱਲਾਂ ਦਾ ਇੱਕ ਵਾਰਗੀ ਉੱਤਰ ਦਿੰਦੇ ਆਖਿਆ, ਨਹੀਂ ਨਹੀਂ, ਇਹ ਸਾਰਾ ਕੁਝ ਅਚਾਨਕ ਹੀ ਹੋ ਗਿਆ। ਐਕਸੀਡੈਂਟ ਕੋਈ ਜਾਣ-ਬੁੱਝ ਕੇ ਥੋੜ੍ਹੀ ਹੀ ਕਰਦਾ ਹੈ। ਆਪਣੀ ਜਾਨ ਕਿਸ ਨੂੰ ਪਿਆਰੀ ਨਹੀਂ ਹੁੰਦੀ। ਫਿਰ ਵੀ ਸਮਝੋ ਮੇਰੀ ਕਿਸਮਤ ਬੜੀ ਚੰਗੀ ਸੀ ਕਿ ਛੋਟੀ-ਮੋਟੀ ਸੱਟ ਵੀ ਨਹੀਂ ਵੱਜੀ। ਮੈਨੂੰ ਸਾਰਾ ਕੁਝ ਵਿਸਤਾਰ ਨਾਲ ਦੱਸੋ ਕਿ ਇਹ ਸਭ ਕੁਝ ਕਿਸ ਤਰ੍ਹਾਂ ਵਾਪਰ ਗਿਆ, ਕਿੰਨੇ ਮੁਸਾਫਰ ਜ਼ਖਮੀ ਹੋਏ ਅਤੇ ਉਹਨਾਂ ਦਾ ਕੀ ਬਣਿਆ। ਉਹ ਸਾਰਾ ਬਾਅਦ ਵਿੱਚ ਦੱਸਾਂਗਾ। ਇਸ ਵਕਤ ਤਾਂ ਮੈਂ ਬਹੁਤ ਜ਼ਿਆਦਾ ਥੱਕ ਗਿਆ ਹਾਂ ਅਤੇ ਚਾਹੁੰਦਾ ਹਾਂ ਕਿ ਮੈਂ ਥੋੜ੍ਹਾ ਆਰਾਮ ਕਰ ਲਵਾਂ। ਤੁਹਾਨੂੰ ਤਾਂ ਭੁੱਖ ਵੀ ਲੱਗੀ ਹੋਏਗੀ। ਮੈਂ ਤੁਹਾਡੇ ਵਾਸਤੇ ਗਰਮਾ ਗਰਮ ਖਾਣਾ ਲੈ ਕੇ ਆਉਂਦੀ ਹਾਂ। ਕਹਿਣ ਦੇ ਨਾਲ ਹੀ ਰਾਗਨੀ ਰਸੋਈ ਵੱਲ ਜਾਣ ਲੱਗੀ। ਪਰਮਜੀਤ ਦੀ ਆਵਾਜ਼ ਫਿਰ ਤੋਂ ਉਸਦੇ ਕੰਨਾਂ 'ਚ ਪਈ। ਮਾਂ ਅਤੇ ਪਿਤਾ ਜੀ ਦਿਖਾਈ ਨਹੀਂ ਦੇ ਰਹੇ? ਪਿਤਾ ਜੀ ਤਾਂ ਆਫਿਸ ਗਏ ਹਨ ਅਤੇ ਮਾਂ ਇੱਥੇ ਹੀ ਗੁਆਂਢ ਵਿੱਚ ਕਿਸੇ ਦੇ ਘਰ ਹਨ। ਕੋਮਲ ਨਹਾ ਧੋ ਕੇ ਆ ਜਾਏ ਤਾਂ ਉਹਨਾਂ ਨੂੰ ਸੱਦਣ ਲਈ ਭੇਜਦੀ ਹਾਂ। ਰੁਕਦਿਆਂ ਹੋਇਆਂ ਰਾਗਨੀ ਨੇ ਇੰਨਾ ਆਖਿਆ ਤੇ ਫਿਰ ਰਸੋਈ ਅੰਦਰ ਵੜ ਗਈ। ਕੁਝ ਹੀ ਚਿਰ ਵਿੱਚ ਉਹ ਖਾਣਾ ਲੈ ਕੇ ਆ ਗਈ। ਪਰਮਜੀਤ ਨੂੰ ਖਾਣਾ ਪਰੋਸਣ ਤੋਂ ਬਾਅਦ ਉਸਨੇ ਸੋਚਿਆ ਕਿ ਉਹ ਰਸੋਈ ਵਿੱਚ ਜਾ ਕੇ ਚਾਹ ਬਣਾ ਲਵੇ। ਉਂਝ ਵੀ ਪਰਮਜੀਤ ਦੇ ਖਾਣਾ ਖਾਣ ਦੀ ਸਥਿਤੀ ਜਾਂਚਣ ਬਾਅਦ ਉਸਨੇ ਮਹਿਸੂਸ ਕੀਤਾ ਕਿ ਪਰਮਜੀਤ ਨੂੰ ਵਾਕਿਆ ਬਹੁਤ ਭੁੱਖ ਲੱਗੀ ਹੋਈ ਸੀ। ਖਾਣਾ ਖਾਣ ਵਿਚਾਲੇ ਉਸਨੇ ਟੋਕਣ ਦੀ ਬਜਾਏ ਬਿਹਤਰ ਸਮਝਿਆ ਕਿ ਜਦੋਂ ਤੱਕ ਪਰਮਜੀਤ ਖਾਣਾ ਖਾਂਦਾ ਹੈ ਉਹ ਚਾਹ ਬਣਾਉਣ ਤੋਂ ਇਲਾਵਾ ਕੁਝ ਦੂਜੇ ਕੰਮਕਾਰ ਵੀ ਨਿਪਟਾ ਲਵੇ। ਇਸੇ ਲਈ ਉਹ ਫਿਰ ਤੋਂ ਰਸੋਈ ਵਿੱਚ ਜਾ ਵੜੀ। ਪਰਮਜੀਤ ਖੁਦ ਨੂੰ ਬਿਲਕੁਲ ਇਕੱਲਾ ਅਤੇ ਸੁਰੱਖਿਅਤ ਸਮਝ ਕੇ ਖਾਣੇ ਤੇ ਟੁੱਟ ਪਿਆ। ਇੱਧਰ ਰਾਗਨੀ ਨੇ ਰਸੋਈ ਵਿੱਚ ਜਾ ਕੇ ਗੈਸ ਚੁੱਲ੍ਹੇ ਤੇ ਚਾਹ ਦਾ ਪਾਣੀ ਧਰਦਿਆਂ ਬਰਤਨ ਸਾਫ਼ ਕਰਨੇ ਸ਼ੁਰੂ ਕਰ ਦਿੱਤੇ। ਉੱਧਰ ਕੋਮਲ ਨਹਾ ਕੇ ਬਾਥਰੂਮ 'ਚੋਂ ਬਾਹਰ ਨਿਕਲੀ। ਠੰਡੇ ਪਾਣੀ ਨਾਲ ਨਹਾਉਣ ਪਿੱਛੋਂ ਉਸਦਾ ਗੁੱਸਾ ਪੂਰੀ ਤਰ੍ਹਾਂ ਠੰਡਾ ਪੈ ਚੁੱਕਿਆ ਸੀ। ਉਂਝ ਵੀ ਗੁੱਸਾ ਕਰਨ ਦਾ ਤਾਂ ਉਹ ਮਹਿਜ਼ ਡਰਾਮਾ ਕਰ ਰਹੀ ਸੀ, ਸਗੋਂ ਇਸ ਵੇਲੇ ਤੱਕ ਉਹ ਆਪਣੇ ਦਿਖਾਵੇ ਵਾਲੇ ਕ੍ਰੋਧ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੀ ਸੀ। ਆਪਣੇ ਜੀਜਾਂ ਨੂੰ ਕਿਸੇ ਭੁੱਖੇ ਸ਼ੇਰ ਵਾਂਗੂ ਖਾਣੇ ਤੇ ਟੁੱਟਦਿਆਂ ਵੇਖਿਆ ਤਾਂ ਉਹ ਆਪਣਾ ਹਾਸਾ ਰੋਕਣ ਦੀ ਕੋਸ਼ਿਸ਼ ਕਰਦਿਆਂ ਪਰਮਜੀਤ ਨਜ਼ਦੀਕ ਆ ਗਈ। ਫਿਰ ਦੁਆ ਸਲਾਮ ਦੀ ਫਾਰਮੈਲਿਟੀ ਕਰਨ ਤੋਂ ਪਹਿਲਾਂ ਹੀ ਕਹਿਣ ਲੱਗੀ, ਉਹ ਵਾਹ ਜੀਜਾ ਜੀ, ਪਹਿਲਾਂ ਤਾਂ ਆਏ ਇੰਨੀ ਦੇਰ ਨਾਲ, ਫਿਰ ਆਉਂਦਿਆਂ ਹੀ ਭੁੱਖਿਆਂ ਦੀ ਤਰ੍ਹਾਂ ਖਾਣ ਲੱਗੇ, ਉਹ ਵੀ ਇਕੱਲੇ-ਇਕੱਲੇ। ਘੱਟੋ ਘੱਟ ਮੈਨੂੰ ਪੁੱਛ ਲੈਣ ਦੀ ਫਾਰਮੈਲਿਟੀ ਤਾਂ ਕੀਤੀ ਹੁੰਦੀ। ਪਰਮਜੀਤ ਦੇ ਸਵੇਰ ਤੋਂ ਖਾਲੀ ਢਿੱਡ 'ਚ ਹੁਣ ਤੱਕ ਕਾਫੀ ਮਾਤਰਾ 'ਚ ਖਾਣਾ ਪਹੁੰਚ ਚੁੱਕਿਆ ਸੀ। ਉਸਦਾ ਵੀ ਆਪਣੀ ਸਾਲੀ ਨਾਲ ਮਜ਼ਾਕ ਕਰਨ ਦਾ ਮੂਡ ਹੋ ਆਇਆ। ਲਿਹਾਜ਼ਾ ਕੋਮਲ ਵੱਲ ਵੇਖਦਿਆਂ ਹੋਇਆਂ ਹੌਲੀ ਜਿਹੀ ਬੋਲਿਆ, ਜਿਵੇਂ ਤੂੰ ਮੈਨੂੰ ਬੜਾ ਪੁੱਛ ਕੇ ਨਹਾਉਣ ਗਈ ਸੀ, ਖੁਦ ਵੀ ਤਾਂ ਕੱਲੀ ਹੀ ਜਾ ਕੇ ਨਹਾਏ, ਸਾਹਮਣੇ ਵੇਖ ਕੇ ਵੀ ਇਗਨੋਰ ਮਾਰ ਦਿੱਤੀ ਸੀ। ਘੱਟੋ ਘੱਟ ਮੈਨੂੰ ਤਾਂ ਪੁੱਛ ਲੈਣ ਦੀ ਫਾਰਮੈਲਿਟੀ ਕਰ ਲਈ ਹੁੰਦੀ।
ਇਹ ਛੋਟੀ ਜਿਹੀ ਗੱਲ ਪਰਮਜੀਤ ਨੇ ਬਿਨਾਂ ਕੋਈ ਗਲਤ ਧਾਰਨਾ ਮਨ ਵਿੱਚ ਲਿਆਇਆ ਕਹਿ ਦਿੱਤੀ ਸੀ, ਮਹਿਜ ਇਹ ਸੋਚ ਕੇ ਕਿ ਜੀਜਾ ਸਾਲੀ ਵਿਚਾਲੇ ਹਰ ਤਰ੍ਹਾਂ ਦਾ ਮਜ਼ਾਕ ਜਾਇਜ਼ ਹੈ। ਪਰ ਇਸ ਛੋਟੀ ਜਿਹੀ ਗੱਲ ਅਤੇ ਮਾਮੂਲੀ ਮਜ਼ਾਕ ਨੇ ਕੋਮਲ ਦੇ ਅੰਦਰ ਇੱਕ ਗੁਦਗੁਦੀ ਪੈਦਾ ਕਰ ਦਿੱਤੀ। ਉਸ ਦਾ ਚਿਹਰਾ ਸੁਰਖ ਹੋ ਗਿਆ ਅਤੇ ਉਹ ਦੌੜਦੇ ਹੋਏ ਆਪਣੇ ਕਮਰੇ ਵਿੱਚ ਚਲੀ ਗਈ। ਉੱਥੇ ਇੱਕ ਆਦਮਕਦ ਸ਼ੀਸ਼ਾ ਸੀ ਜਿਸ ਦੇ ਮੂਹਰੇ ਖੜੇ ਹੋ ਕੇ ਉਹ ਖੁਦ ਨੂੰ ਨਿਹਾਰਦਿਆਂ ਮਨ ਵਿੱਚ ਸੋਚਣ ਲੱਗੀ ਕਿ ਕੀ ਆਦਮੀ ਅਤੇ ਕੁੜੀਆਂ ਵੀ ਕਦੇ ਇਕੱਠੇ ਨਹਾਉਂਦੇ ਹਨ। ਉਸਦੇ ਜੀਜੇ ਨੇ ਉਸ ਨਾਲ ਇਹ ਗੱਲ ਕਿਉਂ ਕਹੀ? ਕੱਲ ਨੂੰ ਜੇਕਰ ਨਹਾਉਂਦੇ ਹੋਏ ਉਹ ਆਪਣੇ ਜੀਜਾ ਜੀ ਨੂੰ ਆਪ ਪੁੱਛ ਲਵੇ ਕਿ ਜੀਜਾ ਜੀ ਤੁਸੀਂ ਮੇਰੇ ਨਾਲ ਨਹਾਉਣ ਚੱਲੋਗੇ ਅਤੇ ਉਹ ਸੱਚੀ ਮੁੱਚੀ ਮੰਨ ਗਏ ਤਾਂ ਕੀ ਹੋਵੇਗਾ? ਇਹ ਤਾਂ ਕੀ ਹੋਵੇਗਾ ਵਾਲੀ ਗੱਲ ਨੇ ਇਸ ਕੱਚੀ ਉਮਰ ਦੀ ਲੜਕੀ ਨੂੰ ਅੰਦਰ ਤੱਕ ਬੇਚੈਨ ਕਰ ਦਿੱਤਾ। ਪਰਮਜੀਤ ਦੇ ਮੂੰਹ ਤੋਂ ਇਹ ਗੱਲ ਜਿਸ ਤਰ੍ਹਾਂ ਅਚਾਨਕ ਹੀ ਨਿਕਲ ਗਈ ਸੀ, ਉਸੇ ਸਹਿਜਤਾ ਨਾਲ ਦਿਲੋਂ ਦਿਮਾਗ ਤੋਂ ਨਿਕਲ ਚੁੱਕੀ ਸੀ। ਉਸਨੇ ਬੜੇ ਆਰਾਮ ਨਾਲ ਬਾਕੀ ਦਾ ਖਾਣਾ ਨਿਪਟਾਇਆ। ਰਾਗਨੀ ਚਾਹ ਲੈ ਕੇ ਆ ਗਈ ਤਾਂ ਉਸਨੇ ਕੋਮਲ ਨੂੰ ਆਵਾਜ਼ ਲਗਾਈ ਕਿ ਉਹ ਵੀ ਆ ਕੇ ਚਾਹ ਪੀ ਲਏ। ਕੋਮਲ ਨੇ ਉੱਥੇ ਆਉਣ ਦੀ ਬਜਾਏ ਆਪਣੇ ਕਮਰੇ 'ਚੋਂ ਹੀ ਕਿਹਾ, ਦੀਦੀ ਮੈਨੂੰ ਚਾਹ ਰਸੋਈ ਵਿੱਚ ਹੀ ਰੱਖ ਦਿਓ, ਮੈਂ ਕੱਪੜੇ ਬਦਲ ਕੇ ਆਉਂਦੀ ਹਾਂ। ਠੀਕ ਹੈ, ਅਤੇ ਹਾਂ ਚਾਹ ਪੀ ਕੇ ਸੰਤੋਸ਼ ਆਂਟੀ ਦੇ ਘਰੋਂ ਮਾਂ ਨੂੰ ਸੱਦ ਲਿਆਈ, ਉੱਥੇ ਹੀ ਹੋਣਗੇ। ਚੰਗਾ ਦੀਦੀ, ਕੋਮਲ ਨੇ ਆਖਿਆ। ਆਪਣੇ ਜੀਜਾ ਜੀ ਦੇ ਸਾਹਮਣੇ ਆਉਣ ਦੀ ਹੁਣ ਉਸਦੀ ਹਿੰਮਤ ਨਹੀਂ ਹੋ ਰਹੀ ਸੀ। ਉਸਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਆਪਣੇ ਜੀਜਾ ਜੀ ਨਾਲ ਕਦੇ ਅੱਖ ਨਹੀਂ ਮਿਲਾ ਸਕੇਗੀ। ਪਰ ਕਿਉਂ? ਇਸ ਕਿਉਂ ਦਾ ਕੋਈ ਸਹੀ ਜਵਾਬ ਉਸ ਕੋਲ ਨਹੀਂ ਸੀ।